अस्सलाम वालेकुम जी। मैं हाँ ਤੁਹਾਡਾ ਮੇਜ਼ਬਾਨ ਸਰਫਰਾਜ਼ ਚੌਹਾਨ। ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਜੀ, ਇਹ ਬਹੁਤ ਹੀ ਪਿਆਰੀ ਗੱਲ ਹੈ ਤੇ ਤੁਹਾਨੂੰ ਸਾਰੀ ਜ਼ਿੰਦਗੀ ਇਹਦਾ ਬਹੁਤ ਫਾਇਦਾ ਹੋਣਾ ਹੈ। ਗੱਲ ਇਹ ਹੈ ਕਿ ਨਸਲਾਂ ਵੇਖ ਕੇ ਬੰਦੇ ਨੂੰ ਨੇਕੀ ਕਰਨੀ ਚਾਹੀਦੀ ਹੈ। ਤੇ ਉਹ ਗੱਲ ਇਹ ਹੈ ਕਿ ਇੱਕ ਨਾ ਸੱਪ ਹੁੰਦਾ ਹੈ, ਉਹ ਝਾੜੀਆਂ ਦੇ ਵਿੱਚ ਫਸਿਆ ਹੁੰਦਾ ਹੈ ਤੇ ਇੱਕ ਬੰਦਾ ਜਾਂਦਾ, ਉਹ ਆਂਦਾ ਯਾਰ ਸੱਪ ਝਾੜੀਆਂ ਦੇ ਵਿੱਚ ਫਸਿਆ ਹੋਇਆ ਹੈ, ਕਿਉਂ ਨਾ ਇਹਨੂੰ ਮੈਂ ਕੱਢ ਦੇਵਾਂ ਤੇ ਇਹਦੀ ਜਾਨ ਬਚਾ ਦੇਵਾਂ ਤੇ ਮੇਰਾ ਇਹਦੇ ਤੇ ਆਸਾਨ ਹੋ ਜਾਏਗਾ। ਉਹਨੇ ਤੇ ਜੀ ਉਹਨੂੰ ਕੱਢ ਦਿੱਤਾ। ਜਦੋਂ ਉਹਨੂੰ ਕੱਢ ਦਿੱਤਾ ਨਾ ਸੱਪ ਨੂੰ, ਤੇ ਸੱਪ ਨੇ ਆਖਿਆ ਵੀ ਮੈਂ ਤਾਂ ਭਾਈ ਹੁਣ ਤੈਨੂੰ ਡੰਗ ਮਾਰਨਾ। ਉਹਨੇ ਆਖਿਆ ਯਾਰ ਮੈਂ ਤੈਨੂੰ ਕੱਢਿਆ ਤੇ ਤੂੰ ਮੈਨੂੰ ਡੰਗ ਮਾਰਨਾ, ਯਾਰ ਇਹ ਗੱਲ ਸਹੀ ਨਹੀਂ ਹੈਗੀ। ਮੈਂ ਤਾਂ ਤੇਰੇ ਤੇ ਆਸਾਨ ਕੀਤਾ ਤੇ ਤੂੰ ਮੇਰੀ ਇਸ ਨੇਕੀ ਦਾ ਬਦਲਾ ਮੈਨੂੰ ਇਹ ਦੇ ਰਿਹਾ। ਉਹਨੇ ਆਖਿਆ ਨਾ ਭਾਈ ਮੈਂ ਤਾਂ ਤੈਨੂੰ ਨਾ ਡੰਗ ਮਾਰਨਾ। ਤੇ ਉਹਨੇ ਆਖਿਆ ਯਾਰ ਆਪਾਂ ਕਿਸੇ ਦਾ ਫੈਸਲਾ ਕਰਵਾ ਦਿੰਦੇ ਹਾਂ ਤੀਸਰੇ ਬੰਦੇ ਤੋਂ, ਤੇ ਉਹਨੇ ਜਿਵੇਂ ਫੈਸਲਾ ਕੀਤਾ ਉਵੇਂ ਆਪਾਂ ਕਰ ਲਾਂਗੇ। ਉਹ ਜੀ ਇੱਕ ਨਾ ਨਾਲ ਕੁੱਤਾ ਲੰਘਿਆ, ਉਹਦੇ ਤੋਂ ਪੁੱਛਿਆ ਵੀ ਮੈਂ ਯਾਰ ਇਹਨੂੰ ਬਚਾਇਆ ਤੇ ਅੱਗੋਂ ਮੈਨੂੰ ਇਹ ਕਹਿ ਰਿਹਾ ਕਿ ਮੈਂ ਤੈਨੂੰ ਡੰਗ ਮਾਰਨਾ। ਉਹਨੇ ਆਖਿਆ ਹਾਂ ਸਹੀ ਕਹਿ ਰਿਹਾ, ਇਹਨੂੰ ਡੰਗ ਮਾਰਨਾ ਚਾਹੀਦਾ। ਇਵੇਂ ਇੱਕ ਹੋਰ ਗਧਾ ਆ ਗਿਆ ਜੀ, ਉਹਦੇ ਤੋਂ ਪੁੱਛਿਆ ਵੀ ਯਾਰ ਇਹਨੂੰ ਕੀ ਕਰਨਾ ਚਾਹੀਦਾ। ਉਹਨੇ ਵੀ ਅੱਗੋਂ ਇਹ ਕਿਹਾ ਵੀ ਇਹਨੂੰ ਡੰਗ ਮਾਰਨਾ ਚਾਹੀਦਾ। ਸੱਪ ਕਹਿਣ ਲੱਗਾ ਹਾਂ ਵੀ ਦੱਸ ਹੁਣ ਕੀ ਕਰੀਏ। ਤੇ ਬੰਦੇ ਨੇ ਆਖਿਆ ਯਾਰ ਇੱਕ ਮਿੰਟ ਠਹਿਰ ਜਾਓ, ਮੈਨੂੰ ਮਿਲ ਲੈਣ ਦਿਓ। ਇੱਕ ਹੋਰ ਬੰਦੇ ਤੋਂ ਆਪਾਂ ਤੀਸਰੇ ਬੰਦੇ ਤੋਂ ਫੈਸਲਾ ਕਰਵਾ ਲੈਂਦੇ ਹਾਂ, ਅਗਰ ਉਹਨੇ ਜਿਵੇਂ ਵੀ ਫੈਸਲਾ ਕੀਤਾ ਉਵੇਂ ਆਪਾਂ ਕਰ ਲਾਂਗੇ। ਉਹ ਜੀ ਬੰਦਰ ਆ ਗਿਆ। ਬੰਦਰ ਆਇਆ ਤੇ ਬੰਦਰ ਤੋਂ ਜਦੋਂ ਫੈਸਲਾ ਕਰਵਾਉਣ ਲੱਗੇ ਨਾ, ਬੰਦਰ ਨੇ ਆਖਿਆ ਚਲੋ ਠੀਕ ਹੈ ਜੀ, ਸੱਪ ਦੀ ਵੀ ਗੱਲ ਠੀਕ ਹੈ, ਬੰਦੇ ਦੀ ਵੀ ਗੱਲ ਠੀਕ ਹੈ, ਲੇਕਿਨ ਪਹਿਲਾਂ ਵੇਖਣਾ ਚਾਹੀਦਾ, ਸਾਨੂੰ ਵੇਖਣਾ ਪੈਣਾ ਕਿ ਇਸ ਬੰਦੇ ਨੇ ਸੱਪ ਨੂੰ ਕਿਸ ਤਰ੍ਹਾਂ ਬਚਾਇਆ। ਕਿਆ ਆਇਆ ਕਿ ਵਾਕਈ ਹੀ ਸੱਪ ਝਾੜੀਆਂ 'ਤੇ ਫਸਿਆ ਹੋਇਆ ਸੀ, ਕੀ ਹਿਸਾਬ ਸੀ। ਤੇ ਅਗਰ ਫਸਿਆ ਹੋਇਆ ਸੀ ਤੇ ਫਿਰ ਉਸ ਦੇ ਮੁਤਾਬਕ ਮੈਂ ਆਪਾਂ ਫੈਸਲਾ ਕਰਾਂਗੇ। ਤੇ ਜੀ ਉਹ ਸੱਪ ਨੂੰ ਉੱਥੇ ਫਿਰ ਝਾੜੀਆਂ ਦੇ ਵਿੱਚ ਲੈ ਗਿਆ, ਉੱਥੇ ਉਵੇਂ ਹੀ ਉਸੇ ਤਰੀਕੇ ਨਾਲ ਹੀ ਫਸਾ ਦਿੱਤਾ। ਤੇ ਬੰਦਾ ਉਹਨੂੰ ਕੱਢਣ ਲੱਗਿਆ ਤੇ ਬੰਦਰ ਨੇ ਆਖਿਆ ਅੱਲਾ ਦੇ ਬੰਦਿਆ ਇਹ ਕੀ ਕਰਨ ਲੱਗਾ, ਇਹਨੇ ਫਿਰ ਤੈਨੂੰ ਡੰਗ ਮਾਰ ਦੇਣਾ, ਇਹਨੂੰ ਇੱਥੇ ਹੀ ਹੁਣ ਫਸਿਆ ਰਹਿਣ ਦੇ। ਤੇ ਨੇਕੀ ਜੇ ਕਰਨੀ ਹੈ ਨਾ ਤੇ ਬੰਦਾ ਨਸਲਾਂ ਵੇਖ ਕੇ ਨੇਕੀ ਕਰੇ। ਤੇ ਕਹਿਣ ਦਾ ਮਤਲਬ ਇਹ ਹੈ, ਤੁਹਾਨੂੰ ਇਹ ਸਾਰੀ ਗੱਲ ਸੁਣਾਉਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਇਸ ਤਰੀਕੇ ਦਾ ਬਣਨਾ ਚਾਹੀਦਾ ਕਿ ਆਇਆ ਕਿ ਆਪਣੀ ਵਜ੍ਹਾ ਤੋਂ ਲੋਕਾਂ ਦਾ ਫਾਇਦਾ ਹੋ ਜਾਏ, ਨਾ ਕਿ ਲੋਕਾਂ ਦਾ ਨੁਕਸਾਨ ਹੋਏ। ਔਰ ਅਗਰ ਕੋਈ ਬੰਦਾ ਤੁਹਾਡੇ ਤੇ ਨੇਕੀ ਕਰ ਲਵੇ ਤੇ ਉਹਦੀ ਨੇਕੀ ਨੂੰ ਕਦੇ ਵੀ ਨਾ ਭੁਲਾਓ, ਉਹਦੀ ਨੇਕੀ ਨੂੰ ਯਾਦ ਰੱਖੋ ਤੇ ਉਹਦੇ ਅਹਿਸਾਨ ਨੂੰ ਯਾਦ ਰੱਖੋ ਔਰ ਕੋਸ਼ਿਸ਼ ਕਰੋ ਕਿ ਉਹਦੇ ਅਹਿਸਾਨ ਦਾ ਬਦਲਾ ਅੱਛੇ ਤਰੀਕੇ ਨਾਲ ਚੁਕਾਓ। ਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਸਰਫਰਾਜ਼ ਚੌਹਾਨ ਨੂੰ ਇਜਾਜ਼ਤ ਦਿਓ। ਰੱਬ ਰੱਖਾ ਤੇ ਆਪਣਾ ਖਿਆਲ ਰੱਖੀਏਗਾ ਤੇ ਆਪਣੇ ਇਸ ਚੈਨਲ ਦਾ ਵੀ ਖਿਆਲ ਰੱਖੀਏਗਾ। ਅੱਲਾ ਹਾਫਿਜ਼।